कल एक मीटिंग की गई है रहीमपुर गुरुद्वारा साहब ਦੇ ਵਿੱਚ ਕੀ ਮੀਟਿੰਗ ਸੀ ਸਾਡੇ ਦਰਸ਼ਕਾਂ ਨੂੰ ਦੱਸੋ ਕੀ ਉਹਦੇ ਵਿੱਚ ਫੈਸਲੇ ਲਏ ਲੋਕੀ ਜਿਹੜੇ ਆ ਜਾਗਰੂਕ ਹੋਣ ਆਪਣੀ ਫਿਜ਼ੀਕਲ ਦੂਰੀ ਬਣਾ ਕੇ ਰੱਖਣ ਆਪਣੇ ਹੈਂਡ ਸੈਨੀਟਾਈਜ਼ ਕਰਨ ਔਰ ਆਪਣੇ ਉਹ ਕੰਮ ਕਰਨ ਤਾਂ ਕਿ ਕੰਮ ਦੇ ਰੁਕਣ ਦੇ ਨਾਲ ਜਿਹੜੀ ਉਹਨਾਂ ਦੀ ਆਰਥਿਕ ਜਿਹੜੀ ਮਾੜੀ ਹਾਲਤ ਹੁੰਦੀ ਨਾ ਉਹਨਾਂ ਉਹ ਘਰ ਨਹੀਂ ਚਲਾ ਸਕਦੇ ਔਰ ਅਸੀਂ ਜਲਦ ਜਿਹੜਾ ਜੀ ਸਰਕਾਰ ਨੇ ਫੈਸਲਾ ਨਾ ਲਿਆ ਤੇ ਬਹੁਤ ਵੱਡਾ ਸ਼ਹਿਰ 'ਚ ਤਿੱਖਾ ਪ੍ਰਦਰਸ਼ਨ ਹੋਏਗਾ। ਅਸੀਂ ਵੀ ਗਰਾਊਂਡ ਲੈਵਲ ਨਾਲ ਜੁੜੇ ਹੋਏ ਲੋਕ ਸਾਡੀ ਵੀ ਦੁਕਾਨਦਾਰਾਂ ਨਾਲ ਗੱਲ ਹੋਈ ਆ ਉਹਨਾਂ ਦਾ ਵੀ ਕਹਿਣਾ ਸੀ ਕਿ 4 ਸਾਲ ਹੋ ਗਏ ਮੁੱਖ ਮੰਤਰੀ ਸਾਹਿਬ ਨੇ ਤਾਂ ਕਦੀ ਜ਼ਮੀਨ ਤੇ ਆ ਕੇ ਨਹੀਂ ਦੇਖਿਆ ਗਰਾਊਂਡ ਲੈਵਲ ਤੇ ਨਹੀਂ ਦੇਖਿਆ ਜਿਹੜੇ ਫੈਸਲੇ ਨੇ ਉਹ ਮਹਿਲ 'ਚੋਂ ਬੈਠੇ ਕਰੀ ਜਾਂਦੇ ਆ ਉਹਨਾਂ ਨੂੰ ਨਾ ਤਾਂ ਗਰੀਬ ਦੀ ਲੋੜ ਦਾ ਪਤਾ ਤੇ ਨਾ ਗਰੀਬ ਦੇ ਲਈ ਉਹ ਕਦੇ ਵੀ ਫੈਸਲਾ ਇੱਦਾਂ ਦਾ ਕਰ ਸਕਦੇ ਨੇ ਕਿੰਨੀ ਕੁ ਸੱਚਾਈ ਹੈ ਇਹੋ ਹੀ ਕਮੀ ਆ ਕਿ ਕੈਪਟਨ ਸਾਹਿਬ ਲੋਕਾਂ 'ਚ ਵਿਚਰਦੇ ਨਹੀਂ ਬੈਠੇ ਵੀਡੀਓ ਕਾਨਫਰੰਸਾਂ ਰਾਹੀਂ ਆਪਣੇ ਬਿਊਰੋਕਰੈਟਸ ਤੋਂ ਅਫਸਰਸ਼ਾਹੀ ਤੋਂ ਫੀਡਬੈਕ ਲੈਂਦੇ ਨੇ ਔਰ ਉੱਥੇ ਆਪਣੇ ਵਿਦੇਸ਼ੀ ਮਹਿਮਾਨਾਂ ਦੇ ਨਾਲ ਬੈਠੇ ਹੁਕਮ ਚਲਾਈ ਜਾਂਦੇ ਨੇ ਸੋ ਇਹ ਜਿਹੜਾ ਲੋਕਤੰਤਰ ਦਾ ਤਰੀਕਾ ਨਹੀਂ ਹੈਗਾ ਇਹ ਤਾਨਾਸ਼ਾਹ ਤਰੀਕਾ ਹੈ ਜਿਹੜਾ ਕੈਪਟਨ ਸਾਹਿਬ ਨੇ ਅਪਣਾਇਆ ਵੈਰੀ ਅਨਫੋਰਚੂਨੇਟ ਕਿ ਲੋਕਾਂ ਨੇ ਇਸ ਕਰਕੇ ਕੈਪਟਨ ਸਾਹਿਬ ਨੂੰ ਚੁਣਿਆ ਸੀ ਕਿ ਕੈਪਟਨ ਸਾਹਿਬ ਪਿਛਲੀ ਅਕਾਲੀ ਭਾਜਪਾ ਸਰਕਾਰ ਤੋਂ 27 ਲੋਕਾਂ ਨੂੰ ਇੱਕ ਚੰਗੀ ਗਵਰਨੈਂਸ ਦੇਣਗੇ ਚੰਗਾ ਐਡਮਿਨਿਸਟ੍ਰੇਸ਼ਨ ਦੇਣਗੇ ਪਰ ਉਹ ਜਿਹੜੀ ਲੋਕਾਂ ਦੀ ਉਮੀਦ ਸੀ ਨਾ ਉਹ ਕੈਪਟਨ ਸਾਹਿਬ ਨੇ ਤੋੜ ਦਿੱਤੀ ਲੋਕ ਜਿਹੜੇ ਆ ਉਹ ਇੰਨੇ ਦੁਖੀ ਨੇ ਕਿ ਅਸੀਂ ਵੋਟਾਂ ਦੇ ਨਾਲ ਸਰਕਾਰ ਚੁਣੀ ਕੈਪਟਨ ਸਾਹਿਬ ਮੁੱਖ ਮੰਤਰੀ ਬਣੇ ਔਰ 4 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਆ ਕੇ ਉਹਨਾਂ ਨੇ ਜ਼ਮੀਨੀ ਹਕੀਕਤ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸਰਕਾਰ ਵੱਲੋਂ ਗਾਈਡਲਾਈਨਾਂ ਜਾਰੀ ਕੀਤੀਆਂ ਜਾਂਦੀਆਂ ਉਹ ਤੋਂ ਬਾਵਜੂਦ ਵੀ ਦੇਖਿਆ ਜਾਵੇ ਤਾਂ 2-3 ਦਿਨ ਤੋਂ ਬਹੁਤ ਸਰਕਾਰ ਦਾ ਵਿਰੋਧ ਹੋ ਰਿਹਾ ਲੋਕ ਸਰਕਾਰ ਦੇ ਹੁਕਮਾਂ ਤੋਂ ਉਲਟ ਦੁਕਾਨਾਂ ਖੋਲ੍ਹ ਰਹੇ ਨੇ ਜਿਨ ਜ਼ਰੂਰੀ ਵਸਤਾਂ ਚੀਜ਼ਾਂ ਖੋਲ੍ਹਣ ਨੂੰ ਕਿਹਾ ਗਈਆਂ ਸੀ ਜਿਹਦੇ ਵਿੱਚ ਸ਼ਰਾਬ ਦੇ ਠੇਕੇ ਵੀ ਓਪਨ ਕਰ ਦਿੱਤੇ ਗਏ 5 ਤੋਂ 5 ਕਿਸ ਤਰ੍ਹਾਂ ਦੇਖਦੇ ਉਹ ਜਿਹੜੀ ਮੈਂ ਹੈਰਾਨ ਆ ਕਿ ਸ਼ਰਾਬ ਜਿਹੜੀ ਆ ਉਹ ਸਰਕਾਰ ਲਈ ਕਿੱਦਾਂ ਜ਼ਰੂਰੀ ਹੈ ਨਾ ਬਾਕੀ ਜਿਹੜੀਆਂ ਉਹਨਾਂ ਨੇ ਕਿਹਾ ਵੀ ਜਿਹੜੀਆਂ ਗੈਰ ਜ਼ਰੂਰੀ ਜਿਹੜੀਆਂ ਦੁਕਾਨਾਂ ਬੰਦ ਰਹਿਣਗੀਆਂ ਸੋ ਸਰਕਾਰ ਇਹ ਲੌਜਿਕ ਤਾਂ ਸਮਝਾਵੇ ਵੀ ਸ਼ਰਾਬ ਜਿਹੜੀ ਉਹਦੇ ਠੇਕੇ ਜਿਹੜੇ ਸ਼ਰਾਬ ਦੇ ਖੋਲ੍ਹੇ ਉਹ ਕਿੱਦਾਂ ਜ਼ਰੂਰੀ ਹੋ ਗਏ ਜਦ ਕਿ ਸ਼ਰਾਬ ਪੀਣ ਦੇ ਨਾਲ ਜਿਹੜੀ ਇਮਿਊਨਿਟੀ ਹੈ ਡਿਸਕਰੀਜ਼ ਹੁੰਦੀ ਹੈ ਔਰ ਜਿਹੜੀਆਂ ਬਾਕੀ ਚੀਜ਼ਾਂ ਆ ਦੁਕਾਨਾਂ 'ਤੇ ਕੋਈ ਜਿਹੜਾ ਦੁੱਧ ਆ ਜਾਂ ਕੋਈ ਹੋਰ ਚੀਜ਼ਾਂ ਜਿਹੜੀਆਂ ਇਮਿਊਨਿਟੀ ਨੂੰ ਬੂਸਟ ਕਰਦੀਆਂ ਉਹ ਸਮਾਂ ਖੁੱਲ੍ਹਣੀਆਂ ਚਾਹੀਦੀਆਂ ਤਾਂ ਕਿ ਲੋਕ ਚੰਗੀਆਂ ਚੀਜ਼ਾਂ ਲੈ ਕੇ ਆਪਣੀ ਇਮਿਊਨਿਟੀ ਸਟਰੋਂਗ ਕਰਨ ਇਹਦੇ ਨਾਲ ਜਿਹੜਾ ਆ ਵੀ ਗੈਰ ਜ਼ਰੂਰੀ ਤਾਂ ਜ਼ਰੂਰੀ ਦੇ ਨਾਲ ਜਿਹੜਾ ਸਰਕਾਰ ਫੈਸਲਾ ਲੈ ਰਹੀ ਲੌਜਿਕ ਕੋਈ ਇਹ ਲੌਜਿਕ ਬੰਗਾਲ ਦੇ ਇਲੈਕਸ਼ਨ ਹੋ ਚੁੱਕੇ ਨੇ ਤੇ ਉਹਨਾਂ ਦਾ ਰਿਜ਼ਲਟ ਆ ਚੁੱਕਾ ਹੈ ਤੇ ਪੰਜਾਬ ਦੇ ਆਉਣ ਵਾਲੇ ਸਾਲ ਦੇ ਵਿੱਚ ਆਣੇ ਨੇ ਉਸ ਦੇ ਵਿੱਚ ਹੀ ਜੇ ਕਿਸਾਨੀ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ ਕਿੰਨੀ ਦੇਰ ਹੋ ਗਈ ਹੈ ਸਭ ਲੋਕ ਜਾਣਦੇ ਨੇ ਕਿਸਾਨੀ ਮੁੱਦੇ ਨੂੰ ਸ਼ੁਰੂਆਤ ਪੰਜਾਬ ਤੋਂ ਹੋਈ ਸੀ ਅਤੇ ਜੇ ਗੱਲ ਹੁਸ਼ਿਆਰਪੁਰ ਦੀ ਕਰੀਏ ਤਾਂ ਹੁਸ਼ਿਆਰਪੁਰ ਤੋਂ ਵੀ ਚਾਹੇ ਸਿੱਖ ਚਾਹੇ ਮੁਸਲਿਮ ਚਾਹੇ ਕ੍ਰਿਸਚਨ ਕਿਸੇ ਵੀ ਵਰਗ ਨੇ ਹਰ ਵਿੱਚ ਉਹਦਾ ਬਹੁਤ ਜ਼ਿਆਦਾ ਹਿੱਸਾ ਪਾਇਆ ਸੀ ਅੱਜ ਸਾਡੇ ਨਾਲ ਨੇ ਲਾਰੈਂਸ ਚੌਧਰੀ ਜੀ ਕ੍ਰਿਸਚਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਅਤੇ ਸਾਂਝਾ ਫਰੰਟ ਦੇ ਮੁੱਖ ਆਗੂ ਉਹਨਾਂ ਨਾਲ ਗੱਲ ਕਰਦੇ ਹਾਂ ਲਾਰੈਂਸ ਸਾਹਿਬ ਸਵਾਗਤ ਹੈ ਤੁਹਾਡਾ ਗਲੋਬਲ ਪੰਜਾਬ ਟੀਵੀ ਵਿੱਚ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਗਲੋਬਲ ਟੀਵੀ ਦੇ ਸਾਰੇ ਦਰਸ਼ਕਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਆਖਦਾ ਲਾਰੈਂਸ ਜੀ ਕੱਲ ਇੱਕ ਮੀਟਿੰਗ ਕੀਤੀ ਗਈ ਹੈ ਰਹੀਮਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਮੀਟਿੰਗ ਸੀ ਸਾਡੇ ਦਰਸ਼ਕਾਂ ਨੂੰ ਦੱਸੋ ਕੀ ਉਹਦੇ ਵਿੱਚ ਫੈਸਲੇ ਲਏ ਗਏ ਉਹ ਮੀਟਿੰਗ ਸੀਗੀ ਲਾਕਡਾਊਨ ਤੇ ਜਿਹੜੀਆਂ ਸਖਤ ਪਾਬੰਦੀਆਂ ਪੰਜਾਬ ਸਰਕਾਰ ਨੇ ਲਾਈਆਂ ਆ ਤੇ ਉਹਨੂੰ ਲੈ ਕੇ ਜਿਹੜੇ ਦੁਕਾਨਦਾਰ ਆ ਛੋਟੇ ਗਰੀਬ ਮਜ਼ਦੂਰ ਆ ਤੇ ਆਮ ਵਰਗ ਜਿਹੜਾ ਆ ਉਹ ਬਹੁਤ ਪਰੇਸ਼ਾਨ ਆ ਕਿਉਂਕਿ 1 ਸਾਲ ਪਹਿਲਾਂ ਵੀ ਲਾਕਡਾਊਨ ਲੱਗਾ ਉਹਦੇ ਕਰਕੇ ਉਹਨਾਂ ਦੇ ਸਾਰੇ ਜਿਹੜੇ ਕਾਰੋਬਾਰ ਆ ਉਹ ਤਬਾਹ ਹੋ ਗਏ ਆ ਤੇ ਹੁਣ ਉਹਨਾਂ ਦੀ ਕਪੈਸਿਟੀ ਨਹੀਂ ਆ ਕਿ ਉਹ ਜਿਹੜੀਆਂ ਗੌਰਮੈਂਟ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਉਹਦੇ ਵਿੱਚ ਉਹ ਦੁਕਾਨਾਂ ਨੂੰ ਬੰਦ ਕਰ ਸਕਣ ਸੋ ਕੱਲ੍ਹ ਅਸੀਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਆ ਕਿ ਸਾਰੇ ਹੀ ਜਿਹੜੇ ਲੋਕ ਆ ਬਹੁਤ ਤਰਾਹ ਕਰ ਰਹੇ ਨੇ ਇਸ ਕਰਕੇ ਇਹ ਜਿਹੜੀਆਂ ਮਤਲਬ ਲਾਕਡਾਊਨ ਲਾਇਆ ਪਾਬੰਦੀਆਂ ਵਾਪਸ ਲਓ ਬਾਕੀ ਲੋਕਾਂ ਨੂੰ ਅਵੇਅਰ ਕਰੋ ਕਿ ਲੋਕੀ ਜਿਹੜੇ ਆ ਜਾਗਰੂਕ ਹੋਣ ਆਪਣੀ ਫਿਜ਼ੀਕਲ ਦੂਰੀ ਬਣਾ ਕੇ ਰੱਖਣ ਆਪਣੇ ਹੈਂਡ ਸੈਨੀਟਾਈਜ਼ ਕਰਨ ਔਰ ਆਪਣੇ ਉਹ ਕੰਮ ਕਰਨ ਤਾਂ ਕਿ ਕੰਮ ਦੇ ਰੁਕਣ ਦੇ ਨਾਲ ਜਿਹੜੀ ਉਹਨਾਂ ਦੀ ਆਰਥਿਕ ਜਿਹੜੀ ਮਾੜੀ ਹਾਲਤ ਹੁੰਦੀ ਨਾ ਉਹਨਾਂ ਉਹ ਘਰ ਨਹੀਂ ਚਲਾ ਸਕਦੇ ਬੜੇ ਪਰੇਸ਼ਾਨ ਨੇ ਲੋਕ ਸੋ ਇਹ ਕੱਲ੍ਹ ਅਸੀਂ ਕੀਤੀ ਸੀ ਔਰ ਅਸੀਂ ਜਲਦ ਜਿਹੜਾ ਜੇ ਸਰਕਾਰ ਨੇ ਫੈਸਲਾ ਨਾ ਲਿਆ ਤੇ ਬਹੁਤ ਵੱਡਾ ਸ਼ਹਿਰ 'ਚ ਤਿੱਖਾ ਪ੍ਰਦਰਸ਼ਨ ਹੋਏਗਾ ਜੀ ਸਾਹਿਬ ਸਰਕਾਰ ਵੱਲੋਂ ਗਾਈਡਲਾਈਨਾਂ ਜਾਰੀ ਕੀਤੀਆਂ ਜਾਂਦੀਆਂ
ਉਹ ਤੋਂ ਬਾਵਜੂਦ ਵੀ ਦੇਖਿਆ ਜਾਵੇ ਤਾਂ 2-3 ਦਿਨ ਤੋਂ ਬਹੁਤ ਸਰਕਾਰ ਦਾ ਵਿਰੋਧ ਹੋ ਰਿਹਾ। ਲੋਕ ਸਰਕਾਰ ਦੇ ਹੁਕਮਾਂ ਤੋਂ ਉਲਟ ਦੁਕਾਨਾਂ ਖੋਲ੍ਹ ਰਹੇ ਨੇ। ਜਿਨ ਜ਼ਰੂਰੀ ਵਸਤਾਂ ਦੀਆਂ ਚੀਜ਼ਾਂ ਖੋਲ੍ਹਣ ਨੂੰ ਕਿਹਾ ਗਈਆਂ ਸੀ, ਜਿਹਦੇ ਵਿੱਚ ਸ਼ਰਾਬ ਦੇ ਠੇਕੇ ਵੀ ਓਪਨ ਕਰ ਦਿੱਤੇ ਗਏ 5 ਤੋਂ 5। ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹੜੀ ਮੈਂ ਹੈਰਾਨ ਆ ਕਿ ਸ਼ਰਾਬ ਜਿਹੜੀ ਆ ਉਹ ਸਰਕਾਰ ਲਈ ਕਿੱਦਾਂ ਜ਼ਰੂਰੀ ਆ, ਹੈ ਨਾ। ਬਾਕੀ ਜਿਹੜੀਆਂ ਉਹਨਾਂ ਨੇ ਕਿਹਾ ਵੀ ਜਿਹੜੀਆਂ ਗੈਰ ਜ਼ਰੂਰੀ ਜਿਹੜੀਆਂ ਦੁਕਾਨਾਂ ਬੰਦ ਰਹਿਣਗੀਆਂ। ਸੋ ਸਰਕਾਰ ਇਹ ਲੌਜਿਕ ਤਾਂ ਸਮਝਾਵੇ ਵੀ ਸ਼ਰਾਬ ਜਿਹੜੀ ਉਹਦੇ ਠੇਕੇ ਜਿਹੜੇ ਸ਼ਰਾਬ ਦੇ ਖੋਲ੍ਹੇ ਉਹ ਕਿੱਦਾਂ ਜ਼ਰੂਰੀ ਹੋ ਗਏ, ਜਦ ਕਿ ਸ਼ਰਾਬ ਪੀਣ ਦੇ ਨਾਲ ਜਿਹੜੀ ਇਮਿਊਨਿਟੀ ਆ ਡਿਸਕਰੀਜ਼ ਹੁੰਦੀ ਆ। ਔਰ ਜਿਹੜੀਆਂ ਬਾਕੀ ਚੀਜ਼ਾਂ ਆ ਦੁਕਾਨਾਂ 'ਤੇ, ਕੋਈ ਜਿਹੜਾ ਦੁੱਧ ਆ ਜਾਂ ਕੋਈ ਹੋਰ ਚੀਜ਼ਾਂ ਜਿਹੜੀਆਂ ਇਮਿਊਨਿਟੀ ਨੂੰ ਬੂਸਟ ਕਰਦੀਆਂ, ਉਹ ਸਮਾਂ ਖੁੱਲ੍ਹਣੀਆਂ ਚਾਹੀਦੀਆਂ ਤਾਂ ਕਿ ਲੋਕ ਚੰਗੀਆਂ ਚੀਜ਼ਾਂ ਲੈ ਕੇ ਆਪਣੀ ਇਮਿਊਨਿਟੀ ਸਟਰੋਂਗ ਕਰਨ। ਅਤੇ ਸ਼ਰਾਬ ਨਾਲ ਤਾਂ ਇਮਿਊਨਿਟੀ ਡਿਸਕਰੀਜ਼ ਹੁੰਦੀ ਆ ਅਤੇ ਜਲਦੀ ਵਾਇਰਸ ਕੈਚ ਹੁੰਦਾ। ਸੋ ਦੂਸਰੀ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਆ ਕਿ ਇਹਦੇ ਨਾਲ ਜਿਹੜਾ ਆ ਵੀ ਗੈਰ ਜ਼ਰੂਰੀ ਤਾਂ ਜ਼ਰੂਰੀ ਦੇ ਨਾਲ ਜਿਹੜਾ ਸਰਕਾਰ ਫੈਸਲਾ ਲੈ ਰਹੀ, ਲੌਜਿਕ ਕੋਈ ਇਹ ਲੌਜਿਕ ਨਹੀਂ। ਸਭ ਦੀ ਜਿਹਦੀ ਅਜੀਬਕਾ ਆਪਣੀ ਜ਼ਿੰਦਗੀ ਨਾਲ ਦੁਕਾਨਾਂ ਦੇ ਨਾਲ ਜੁੜੀ ਹੋ ਆ, ਉਹਦੇ ਲਈ ਹਰ ਇੱਕ ਲਈ ਉਹ ਜ਼ਰੂਰੀ ਆ। ਸੋ ਇਸ ਕਰਕੇ ਹਰ ਚੀਜ਼ ਨੂੰ ਸਰਕਾਰ ਨਹੀਂ ਕਲੀਅਰ ਕਰ ਸਕਦੀ, ਸਰਕਾਰ ਫੈਸਲਾ ਨਹੀਂ ਕਰ ਸਕਦੀ, ਲੋਕ ਫੈਸਲਾ ਕਰਦੇ ਨੇ ਲੋਕਤੰਤਰ 'ਚ। ਇਸ ਕਰਕੇ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾਣ। ਚੌਧਰੀ ਸਾਹਿਬ, ਤੁਸੀਂ ਵੀ ਗਰਾਊਂਡ ਲੈਵਲ ਨਾਲ ਜੁੜੇ ਹੋਏ ਲੋਕ, ਸਾਡੀ ਵੀ ਦੁਕਾਨਦਾਰਾਂ ਨਾਲ ਗੱਲ ਹੋਈ ਆ, ਉਹਨਾਂ ਦਾ ਵੀ ਕਹਿਣਾ ਸੀ ਕਿ 4 ਸਾਲ ਹੋ ਗਏ ਮੁੱਖ ਮੰਤਰੀ ਸਾਹਿਬ ਨੇ ਤਾਂ ਕਦੀ ਜ਼ਮੀਨ ਤੇ ਆ ਕੇ ਨਹੀਂ ਦੇਖਿਆ, ਗਰਾਊਂਡ ਲੈਵਲ ਤੇ ਨਹੀਂ ਦੇਖਿਆ। ਜਿਹੜੇ ਫੈਸਲੇ ਨੇ ਉਹ ਮਹਿਲ 'ਚੋਂ ਬੈਠੇ ਕਰੀ ਜਾਂਦੇ ਆ। ਉਹਨਾਂ ਨੂੰ ਨਾ ਤਾਂ ਗਰੀਬ ਦੀ ਲੋੜ ਦਾ ਪਤਾ ਤੇ ਨਾ ਗਰੀਬ ਦੇ ਲਈ ਉਹ ਕਦੇ ਵੀ ਫੈਸਲਾ ਇੱਦਾਂ ਦਾ ਕਰ ਸਕਦੇ ਨੇ। ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ? ਵੈਰੀ ਅਨਫਾਰਚੂਨੇਟ ਕਿ ਲੋਕਾਂ ਨੇ ਇਸ ਕਰਕੇ ਕੈਪਟਨ ਸਾਹਿਬ ਨੂੰ ਚੁਣਿਆ ਸੀ ਕਿ ਕੈਪਟਨ ਸਾਹਿਬ ਪਿਛਲੀ ਅਕਾਲੀ ਭਾਜਪਾ ਸਰਕਾਰ ਤੋਂ 27 ਲੋਕਾਂ ਨੂੰ ਇੱਕ ਚੰਗੀ ਗਵਰਨੈਂਸ ਦੇਣਗੇ, ਚੰਗਾ ਐਡਮਿਨਿਸਟ੍ਰੇਸ਼ਨ ਦੇਣਗੇ। ਪਰ ਉਹ ਜਿਹੜੀ ਲੋਕਾਂ ਦੀ ਉਮੀਦ ਸੀ ਨਾ, ਉਹ ਕੈਪਟਨ ਸਾਹਿਬ ਨੇ ਤੋੜ ਦਿੱਤੀ। ਲੋਕ ਜਿਹੜੇ ਆ ਉਹ ਇੰਨੇ ਦੁਖੀ ਨੇ ਕਿ ਅਸੀਂ ਵੋਟਾਂ ਦੇ ਨਾਲ ਸਰਕਾਰ ਚੁਣੀ, ਕੈਪਟਨ ਸਾਹਿਬ ਮੁੱਖ ਮੰਤਰੀ ਬਣੇ, ਔਰ 4 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਆ ਕੇ ਉਹਨਾਂ ਨੇ ਜ਼ਮੀਨੀ ਹਕੀਕਤ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਕੈਪਟਨ ਸਾਹਿਬ ਆਪ ਵਿਜ਼ਿਟ ਕਰਨ ਨਾ, ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਪੰਜਾਬ ਦੇ ਵਿੱਚ 3.25 ਕਰੋੜ ਆਬਾਦੀ ਆ। ਜੇ ਕੋਈ ਲੋਕ ਬਿਮਾਰ ਵੀ ਹੋ ਰਹੇ ਨਾ, ਉਹਨਾਂ ਨੂੰ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਕਰਕੇ ਉਹਨਾਂ ਦਾ ਇਲਾਜ ਕਰਕੇ ਚੰਦ ਦਿਨਾਂ 'ਚ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ। ਅਤੇ ਬਾਕੀ ਕਰੋੜਾਂ ਲੋਕਾਂ ਨੂੰ ਜਿਹੜਾ ਆ ਉਹ ਹੁੜਨ ਦਾ ਕੀ ਮਤਲਬ ਆ? ਇਹੋ ਹੀ ਕਮੀ ਆ ਕਿ ਕੈਪਟਨ ਸਾਹਿਬ ਲੋਕਾਂ 'ਚ ਵਿਚਰਦੇ ਨਹੀਂ, ਬੈਠੇ ਵੀਡੀਓ ਕਾਨਫਰੰਸਾਂ ਰਾਹੀਂ ਆਪਣੇ ਬਿਊਰੋਕਰੈਟਸ ਤੋਂ, ਅਫਸਰਸ਼ਾਹੀ ਤੋਂ ਫੀਡਬੈਕ ਲੈਂਦੇ ਨੇ ਔਰ ਉੱਥੇ ਆਪਣੇ ਵਿਦੇਸ਼ੀ ਮਹਿਮਾਨਾਂ ਦੇ ਨਾਲ ਬੈਠੇ ਹੁਕਮ ਚਲਾਈ ਜਾਂਦੇ ਨੇ। ਸੋ ਇਹ ਜਿਹੜਾ ਲੋਕਤੰਤਰ ਦਾ ਤਰੀਕਾ ਨਹੀਂ ਹੈਗਾ, ਇਹ ਤਾਨਾਸ਼ਾਹ ਤਰੀਕਾ ਹੈ ਜਿਹੜਾ ਕੈਪਟਨ ਸਾਹਿਬ ਨੇ ਅਪਣਾਇਆ, ਔਰ ਇਹਦਾ 2022 ਦੇ ਵਿੱਚ ਬਹੁਤ ਵੱਡਾ ਨੁਕਸਾਨ ਕਾਂਗਰਸ ਨੂੰ ਝੱਲਣਾ ਪਏਗਾ। ਇੱਕ ਨਾ ਕੱਲ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਫਗਵਾੜਾ ਦੇ ਵਿੱਚ ਇੱਕ ਸਿਟੀ SHO ਵੱਲੋਂ ਗਰੀਬ ਬੰਦੇ ਦੀ ਰੇਹੜੀ ਨੂੰ ਲੱਤ ਮਾਰੀ ਗਈ ਆ। ਬੇਸ਼ੱਕ ਕੈਪਟਨ ਸਾਹਿਬ ਨੇ ਵੀਡੀਓ ਦੇ ਆਧਾਰ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ, ਪਰ ਕੀ ਲੱਗਦਾ ਆ ਉਹ ਤਾਂ ਵੀਡੀਓ ਬਣ ਗਈ, ਉਹਨਾਂ ਤੋਂ ਇਲਾਵਾ ਵੀ ਪੁਲਿਸ ਕਿੰਨੇ ਕੁ ਤਸ਼ੱਦਦ ਕਰਦੀ ਗਰੀਬ ਲੋਕਾਂ 'ਤੇ? ਦੇਖੋ ਜੀ, ਤਾਂ ਇਹ ਜਿਹੜੀ ਫਗਵਾੜਾ ਦੀ ਘਟਨਾ ਆ, ਇਸ ਤੋਂ ਪਹਿਲਾਂ ਜੇ ਤੁਸੀਂ 84 ਦੇਖੋ ਤੇ ਉਹ ਜਿਹੜੀਆਂ ਗੱਲਾਂ ਆ, ਉਹ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਲੋਕਾਂ ਨੂੰ ਉਹ ਬਲੈਕ ਡੇ ਯਾਦ ਆਉਣ ਲੱਗ ਪੈਂਦੇ ਆ, ਜਦੋਂ ਮੁੰਡਿਆਂ ਨੂੰ ਨਜਾਇਜ਼ ਘਰਾਂ 'ਚੋਂ ਚੱਕ ਕੇ ਪੁਲਿਸ ਮਾਰਦੀ ਸੀ। ਸੋ ਅੱਜ ਵੀ ਪੁਲਿਸ ਦਾ ਨਜ਼ਰੀਆ ਬਦਲਿਆ ਨਹੀਂ ਆ। ਕੋਈ ਤਕੜੇ ਨੂੰ ਜਿਹੜਾ ਆ ਰੋਕਣ ਦੀ ਪੁਲਿਸ ਕਦੀ ਕੋਸ਼ਿਸ਼ ਨਹੀਂ ਕਰੇਗੀ। ਉਹ ਜੇ ਬ੍ਰੇਕ ਕਰ ਰਿਹਾ, ਜਿਹੜੇ ਲੌਜ਼ ਆ ਉਹਨੂੰ ਵਾਇਲੇਟ ਕਰ ਰਿਹਾ ਕਾਨੂੰਨਾਂ ਨੂੰ, ਉਹਨੂੰ ਨਹੀਂ ਕਦੀ ਵੀ। ਪਰ ਇੱਕ ਗਰੀਬ ਜਿਹੜਾ ਰੋਜੀ ਰੋਟੀ ਲਈ ਰੇਹੜੀ ਲਾ ਰਿਹਾ, ਤੁਸੀਂ ਉਹਦੇ 'ਤੇ ਆਪਣੀ ਗੁੰਡਾਗਰਦੀ ਦਿਖਾ ਰਹੇ ਆ। ਅਤੇ ਇਹ ਮੈਂ ਸਮਝਦਾ ਪੁਲਿਸ ਨੇ ਵਰਦੀ ਦੇ ਵਿੱਚ ਗੁੰਡਾਗਰਦੀ ਕੀਤੀ ਆ। ਔਰ ਜਿਹੜਾ ਸਸਪੈਂਡ ਕੀਤਾ, ਮੈਂ ਉਹਦਾ ਸਵਾਗਤ ਕਰਦਾ ਫੈਸਲੇ ਦਾ। ਪਰ ਜੇ ਇਹੋ ਹੀ ਕੋਈ ਆਮ ਬੰਦੇ ਨੇ ਕੰਮ ਕੀਤਾ ਹੁੰਦਾ ਤੇ ਉਹਦੇ 'ਤੇ ਪਰਚਾ ਵੀ ਦਰਜ ਹੋਣਾ ਸੀ ਔਰ ਉਹਨੂੰ ਸਖਤ ਮਤਲਬ 'ਤੇ ਐਕਸ਼ਨ ਹੋਣਾ ਸੀ। ਪਰ ਇਹਦੇ ਵਿੱਚ ਇੱਕ ਸਸਪੈਂਡ ਕਰਨਾ ਇਹ ਕੋਈ ਸਫੀਸ਼ੀਐਂਟ ਕਾਰਵਾਈ ਨਹੀਂ। ਉਹਨੂੰ ਬਰਖਾਸਤ ਕੀਤਾ ਜਾਵੇ ਨੌਕਰੀ ਤੋਂ ਤੇ ਉਹਦੇ ਖਿਲਾਫ ਜਿਹੜਾ ਆ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨਾ ਚਾਹੀਦਾ, ਜਿੱਦਾਂ ਦਾ ਐਕਟ ਕੀਤਾ ਗਿਆ। ਚੌਧਰੀ ਸਾਹਿਬ, ਕਰੋਨਾ ਦੀ ਗੱਲ ਕਰਦੇ ਹਾਂ। 1.5 ਸਾਲ ਦੇ ਕਰੀਬ ਹੋ ਗਿਆ ਪੰਜਾਬ ਦੇ ਵਿੱਚ ਲੋਕਾਂ ਦੇ ਕੰਮਕਾਰ ਖਤਮ ਹੋ ਗਏ ਆ। ਗਰੀਬ ਮਜ਼ਦੂਰ ਨੂੰ ਰੋਟੀ ਖਾਣੀ ਵੀ ਇੱਕ ਟਾਈਮ ਦੀ ਔਖੀ ਹੋ ਗਈ ਆ। ਕੀ ਲੱਗਦਾ ਕਰੋਨਾ ਹੈ ਕਿ ਸਰਕਾਰ ਦਾ ਇਹ ਸਾਰਾ ਛਛੋਪੰਜ ਹੈ ਜੀ? ਦੇਖੋ, ਇਹ ਜਿਹੜਾ ਕਰੋਨਾ ਦੀ ਗੱਲ ਆ, ਜਦੋਂ ਹੁਣ ਅੱਜ ਕੱਲ੍ਹ ਬਹੁਤ ਸਾਰੀਆਂ ਇਨਫੋਰਮੇਸ਼ਨ ਜਿਹੜੀਆਂ ਨੈੱਟ 'ਤੇ ਮਾਹਿਰ ਹੀ ਜਿਹੜੇ ਦੇ ਰਹੇ ਨੇ, ਬਹੁਤ ਮਾਹਿਰ ਜਿਹੜੇ ਸਾਇੰਟਿਸਟ ਨੇ, ਡਾਕਟਰਸ ਨੇ, ਉਹ ਇਹ ਕਹਿ ਰਹੇ ਵੀ ਇਹ 1971 ਦੇ ਵਿੱਚ ਸਾਰਸ ਕਰੋਨਾ ਸੀ ਅਤੇ ਇਹ 71 ਤੋਂ ਹੀ ਐਗਜ਼ਿਸਟ ਕਰ ਰਿਹਾ। ਤਾਂ ਜੇ 71 ਤੋਂ ਐਗਜ਼ਿਸਟ ਕਰ ਰਿਹਾ ਤਾਂ ਫਿਰ ਜੇ ਇਹ
2020 ਤੋਂ ਪਹਿਲਾਂ ਜੇ ਪਹਿਲੋਂ ਵੀ ਇਹਦੀ ਟੈਸਟਿੰਗ ਹੁੰਦੀ ਤਾਂ ਮੈਨੂੰ ਲੱਗਦਾ ਉਦੋਂ ਵੀ ਕਰੋਨਾ ਹੀ ਲੋਕ ਜਿਹੜੇ ਸੀ ਉਹ ਇਨਫੈਕਟਡ ਹੋਣੇ ਸੀ। ਇਹ ਜਿਹੜਾ ਆ ਇੱਕ ਖਾਂਸੀ ਬੁਖਾਰ ਜ਼ੁਕਾਮ, ਇਹ ਕੁਦਰਤ ਦਾ ਜਿਹੜਾ ਇੱਕ ਨਿਯਮ ਆ ਕਿ ਜਦੋਂ ਮੌਸਮ ਬਦਲਦੇ ਆ ਆਮ ਲੋਕੀ ਬਿਮਾਰ ਹੁੰਦੇ ਨੇ। ਇਸੇ ਕਰਕੇ 2 ਕਰੋੜ ਲੋਕ ਜੇ ਭਾਰਤ ਦੇ ਵਿੱਚ ਇਨਫੈਕਟਡ ਹੋਏ ਨੇ, ਉਹਦੇ ਵਿੱਚੋਂ 1 ਕਰੋੜ 95 ਲੱਖ ਲੋਕ ਠੀਕ ਵੀ ਹੋ ਗਏ ਨੇ, ਕਿਉਂਕਿ ਕਰੋਨਾ ਦੀ ਕੋਈ ਦਵਾਈ ਨਹੀਂ ਬਣੀ। ਜਿਹੜੀਆਂ ਇਹ ਇਸ ਵੇਲੇ ਵੈਕਸੀਨੇਸ਼ਨ ਹੋ ਰਹੀਆਂ ਨੇ ਇਹ ਤਾਂ ਇਮਿਊਨਿਟੀ ਨੂੰ ਬੂਸਟ ਕਰਨ ਲਈ ਆ, ਇਹ ਕੋਈ ਕਰੋਨਾ ਦਾ ਇਲਾਜ ਨਹੀਂ ਆ, ਉਹ ਤਾਂ ਤੁਹਾਡੀ ਇਮਿਊਨਿਟੀ ਬੂਸਟ ਹੁੰਦੀ ਆ। ਤਾਂ ਜੇ 1 ਕਰੋੜ 95 ਲੱਖ ਲੋਕ ਇਸ ਬਿਮਾਰੀ ਤੋਂ ਰਿਕਵਰ ਹੋ ਚੁੱਕੇ ਨੇ ਤਾਂ ਬੜੀ ਦੇਸ਼ ਦੇ ਲਈ ਬੜੀ ਖੁਸ਼ੀ ਦੀ ਗੱਲ ਆ। ਔਰ ਦੂਸਰੀ ਗੱਲ ਆ, ਜੇ 5-10 ਲੱਖ ਦੇ ਵਿੱਚ ਜੇ ਲੋਕ ਮਰੀਜ਼ ਆਏ ਵੀ ਨੇ ਉਹ ਵੀ ਬੜੀ ਤੇਜ਼ੀ ਨਾਲ ਰਿਕਵਰ ਹੋ ਰਹੇ ਨੇ। ਔਰ ਜੇ ਪੰਜਾਬ ਦੇ ਵਿੱਚ ਵੀ ਜੇ 10-15 ਹਜ਼ਾਰ ਲੋਕ ਜੇ ਇਨਫੈਕਟਡ ਨੇ, ਤੇਜ਼ੀ ਨਾਲ ਉਹ ਵੀ ਰਿਕਵਰ ਹੋ ਕੇ ਜਾ ਰਹੇ ਨੇ। ਪਰ ਜਿਹੜੇ ਅਲੱਗ-ਅਲੱਗ ਬਿਮਾਰੀਆਂ ਨਾਲ ਪੀੜਿਤ ਲੋਕ ਹੁੰਦੇ ਆ, ਚਾਹੇ ਉਹ ਕਿਡਨੀ ਦੀਆਂ ਬਿਮਾਰੀਆਂ, ਡਾਇਬੀਟੀ ਦੀਆਂ, ਹਾਰਟ ਦੀਆਂ ਜਾਂ ਹੋਰ ਬਿਮਾਰੀਆਂ, ਉਹ ਲੋਕ ਜਿਹੜੇ ਇਮਿਊਨਿਟੀ ਕਮਜ਼ੋਰ ਹੋਣ ਕਰਕੇ ਕਈ ਵਾਰੀ ਉਸ ਵਾਇਰਸ ਤੋਂ ਉੱਭਰ ਨਹੀਂ ਪਾਉਂਦੇ ਤਾਂ ਉਹਨਾਂ ਦੀ ਡੈਥ ਹੋ ਜਾਂਦੀ ਹੈ। ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਉਹਨਾਂ ਥੋੜ੍ਹੇ ਲੋਕਾਂ ਦੇ ਕਰਕੇ ਬਹੁਤੇ ਲੋਕਾਂ ਨੂੰ ਪਰੇਸ਼ਾਨ ਨਹੀਂ, ਕਰੋੜਾਂ ਲੋਕਾਂ ਨੂੰ ਕਰਨਾ ਚਾਹੀਦਾ, ਉਹਨਾਂ ਦੀ ਨਾਰਮਲ ਜ਼ਿੰਦਗੀ ਚੱਲਣ ਦੇਣੀ ਚਾਹੀਦੀ ਹੈ। ਮੋਦੀ ਸਾਹਿਬ, ਕਿਸਾਨੀ ਸੰਘਰਸ਼ ਬੜੀ ਦੇਰ ਦਾ ਚੱਲ ਰਿਹਾ, ਦਿੱਲੀ ਦੀਆਂ ਬਰੂਹਾਂ ਤੇ ਲੱਖਾਂ ਕਿਸਾਨ ਬੈਠੇ ਆ, ਬੜੇ ਮੋੜ ਵੀ ਆਏ ਕਿਸਾਨੀ ਸੰਘਰਸ਼ ਦੇ, ਚਾਹੇ 26 ਜਨਵਰੀ ਦਾ ਹੋਵੇ। ਤੁਸੀਂ ਵੀ ਪਹਿਲੇ ਦਿਨ ਤੋਂ ਹੀ ਅਸੀਂ ਦੇਖਦੇ ਹਾਂ ਕਿਸਾਨੀ ਸੰਘਰਸ਼ ਦੇ ਵਿੱਚ ਪੂਰੀ ਤਰ੍ਹਾਂ ਕੁੱਦੇ ਹੋਏ ਹੋ। ਬੰਗਾਲ ਚੋਣਾਂ ਹੋ ਕੇ ਹਟੀਆਂ, ਜਿੱਥੇ ਤਕਰੀਬਨ ਬੀਜੇਪੀ ਦਾ ਸਫਾਇਆ ਹੀ ਇੱਕ ਤਰ੍ਹਾਂ ਹੋ ਗਿਆ। ਕੀ ਲੱਗਦਾ ਹੈ ਕਿ ਕਿਸਾਨੀ ਸੰਘਰਸ਼ ਦਾ ਬੰਗਾਲ ਚੋਣਾਂ ਦੇ ਵਿੱਚ ਅਸਰ ਹੋਇਆ? ਡੈਫੀਨੇਟਲੀ ਜਿਹੜਾ ਬੰਗਾਲ ਦੇ ਵਿੱਚ ਅਗਰ ਬੀਜੇਪੀ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਹਾਰੀ ਆ, ਉਹਦਾ ਕਾਰਨ ਹੀ ਕਿਸਾਨੀ ਅੰਦੋਲਨ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਇੱਕ ਬੜੀ ਸਿੰਪਲ ਸਮਝਣ ਵਾਲੀ ਗੱਲ ਆ। ਹਾਲੇ 2019 ਜਿਹੜਾ ਆ ਹਾਲੇ ਸਵਾ ਸਾਲ 1.5 ਸਾਲ ਹੋਇਆ, ਬੰਗਾਲ ਦੇ ਵਿੱਚ ਜਿਹੜੀਆਂ ਮੈਂਬਰ ਪਾਰਲੀਮੈਂਟ ਚੋਣਾਂ ਹੋਈਆਂ, ਬੀਜੇਪੀ ਨੇ ਉੱਥੇ ਬਹੁਤ ਵੱਡੇ ਪੱਧਰ 'ਤੇ ਆਪਣੇ ਮੈਂਬਰ ਪਾਰਲੀਮੈਂਟ ਜਿਤਾ ਕੇ ਲੈ ਕੇ ਆਈ ਆ। ਔਰ ਕਦੀ ਵੀ 1-1.5 ਸਾਲ ਦੇ ਵਿੱਚ ਵੇਵ ਖਤਮ ਨਹੀਂ ਹੁੰਦੀ ਕਿਸੇ ਰਾਜਨੀਤਿਕ ਪਾਰਟੀ ਦੀ। ਬੀਜੇਪੀ ਦਾ ਉੱਥੇ ਹਾਰਨ ਦਾ ਕਾਰਨ ਕਿਸਾਨੀ ਸੰਘਰਸ਼ ਆ। ਇਹ ਬੀਜੇਪੀ ਨੂੰ ਮੈਂ ਸਮਝਣਾ ਚਾਹੀਦਾ, ਪ੍ਰਧਾਨ ਮੰਤਰੀ ਨੂੰ ਸਮਝਣਾ ਚਾਹੀਦਾ ਕਿ ਬੀਜੇਪੀ ਦੀ ਉੱਥੇ ਪਰਫਾਰਮੈਂਸ ਬਹੁਤ ਵਧੀਆ ਸੀ। ਅਗਰ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੇ, ਅਗਰ ਉਹ ਕਿਸਾਨਾਂ ਨੇ ਜੋ ਆਪਣੀਆਂ ਸ਼ਰਤਾਂ ਰੱਖੀਆਂ ਕਿ 3 ਕਾਲੇ ਕਾਨੂੰਨ ਵਾਪਸ ਲਓ ਔਰ ਜਿਹੜਾ ਚੌਥਾ ਹੈ ਇਹਨੂੰ MSP ਨੂੰ ਗਰੰਟੀ ਕਾਨੂੰਨ ਕਰੋ, ਤਾਂ ਮੈਂ ਸਮਝਦਾ ਬੀਜੇਪੀ ਉੱਥੇ ਵਾਕਈ ਜਿਹੜਾ ਨਾਅਰਾ ਦਿੱਤਾ ਸੀ ਨਾ ਕਿ ਅਬ ਕੀ ਵਾਰ 200 ਕੀ ਪਾਰ, ਤੇ ਉੱਥੇ ਬੀਜੇਪੀ 200 ਤੋਂ ਪਾਰ ਆਪਣੀ ਸਰਕਾਰ ਬਣਾਉਣੀ ਸੀ। ਪਰ ਜਿਹੜਾ ਕਿਸਾਨਾਂ ਨੇ ਉੱਥੇ ਜਾ ਕੇ ਰੈਲੀਆਂ ਕੀਤੀਆਂ, ਉਹ ਬੰਗਾਲ ਦੇ ਜ਼ਮੀਨੀ ਪੱਧਰ 'ਤੇ ਮੈਸੇਜ ਗਿਆ, ਲੋਕਾਂ ਨੂੰ ਅਹਿਸਾਸ ਹੋ ਗਿਆ ਕਿ ਇਹ ਸਰਕਾਰ ਵਾਕਿਆ ਹੀ ਨਿਰਦਈ ਆ, ਤਾਨਾਸ਼ਾਹ ਆ, ਕਾਰਪੋਰੇਟਸ ਨਾਲ ਮਿਲੀ ਹੋ ਆ। ਅਗਰ ਇਹ ਬੰਗਾਲ 'ਚ ਵੀ ਆ ਗਏ ਤਾਂ ਇਹੋ ਹਾਲਤ ਸਾਡੀ ਵੀ ਕਰਨਗੇ। ਇਸ ਕਰਕੇ ਲੋਕਾਂ ਨੇ ਇਹਨਾਂ ਦੇ ਅਗੇਂਸਟ ਵੋਟ ਪਾਈ ਔਰ ਮਮਤਾ ਬੈਨਰਜੀ ਜਿਹੜੀ ਆ ਉਹ ਬਹੁਤ ਉੱਭਰ ਕੇ ਲੀਡਰ ਬਣੀ ਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਲ੍ਹ ਵੀ ਮੀਟਿੰਗ ਕੀਤੀ ਗਈ, ਚਾਹੇ ਉਹ 31 ਜਥੇਬੰਦੀਆਂ ਪੰਜਾਬ ਦੀਆਂ ਹੁਣ, ਉਹਨਾਂ ਨੇ ਕਿਹਾ ਵੱਧ ਤੋਂ ਵੱਧ ਦਿੱਲੀ ਪਹੁੰਚੋ ਜੀ। ਪਰ ਪੰਜਾਬ ਸਰਕਾਰ ਦਾ ਫੈਸਲਾ ਹੈ ਕਿ ਜਿਹੜਾ 2 ਵੀਲਰ ਉੱਤੇ 1 ਜਣਾ ਚਾਹੀਦਾ ਹੈ ਜੀ, 4 ਵੀਲਰ 'ਤੇ 2 ਜਣੇ। ਤਾਂ ਇਸ ਸਾਰੇ ਦੇ ਵਿੱਚ ਕਿੱਦਾਂ ਲੋਕ ਕਿਸਾਨ ਉੱਥੇ ਪਹੁੰਚਣਗੇ? ਕੀ ਲੱਗਦਾ ਹੈ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਪੰਜਾਬ ਸਰਕਾਰ ਇਹ ਕਰ? ਦੇਖੋ, ਵੈਸੇ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਤੇ ਹੋਰ ਵੀ ਜਿਹੜੇ ਪੰਜਾਬ ਦੇ ਲੋਕ ਨੇ ਜਾਂ ਵਿਰੋਧੀ ਧਿਰ ਵੀ ਆ, ਉਹ ਕੈਪਟਨ ਸਾਹਿਬ ਤੇ ਲਗਾਤਾਰ ਬੀਜੇਪੀ ਨਾਲ ਮਿਲੇ ਹੋਣ ਦੇ ਜਿਹੜੇ ਆਰੋਪ ਲਾਉਂਦੇ ਆ ਰਹੇ ਆ। ਉਹ ਇਸ ਕਰਕੇ ਵੀ ਲੱਗ ਰਹੇ ਆ ਵੀ ਜਦੋਂ ਵੀ ਕਿਸਾਨੀ ਅੰਦੋਲਨ ਜਿਹੜਾ ਤਿੱਖਾ ਹੋਇਆ ਤੇ ਉਦੋਂ ਕੈਪਟਨ ਸਾਹਿਬ ਦਾ ਰਵੱਈਆ ਜਿਹੜਾ ਆ ਉਹ ਕੇਂਦਰ ਸਰਕਾਰ ਦੇ ਨਾਲ ਜਿਹੜਾ ਨਾ ਉਹ ਮਿਲੀ ਭੁਗਤ ਵਾਲਾ ਲੱਗਦਾ, ਤੇ ਉੱਥੇ ਉਹ ਕਿਸਾਨਾਂ ਪ੍ਰਤੀ ਨੈਗੇਟਿਵ ਹੋ ਜਾਂਦੇ ਆ। ਪਰ ਜਦੋਂ ਦਬਾਅ ਕਿਸਾਨਾਂ ਵੱਲੋਂ ਵੱਧਦਾ ਤਾਂ ਫਿਰ ਉੱਥੇ ਕੈਪਟਨ ਸਾਹਿਬ ਨੂੰ ਜਦੋਂ ਸਿਆਸੀ ਨੁਕਸਾਨ ਲੱਗਦਾ ਵੀ ਹੋਣ ਲੱਗਾ, ਫਿਰ ਉਹ ਕਿਸਾਨਾਂ ਵੱਲ ਦੀ ਗੱਲ ਕਰਦੇ ਆ। ਸੋ ਇੱਥੇ ਜਿਹੜੀ ਗੱਲ ਨਾ ਇਸ ਵੇਲੇ ਜਿਹੜੀ ਕੈਪਟਨ ਸਾਹਿਬ ਦੇ ਉੱਪਰ ਜਿਹੜੀ ਇਹ ਸ਼ੱਕ ਆ, ਇਹ ਉਹਨਾਂ ਨਹੀਂ ਦੂਰ ਕਰਨਾ। ਤੇ ਕੈਪਟਨ ਸਾਹਿਬ ਨੂੰ ਚਾਹੀਦਾ ਕਿ ਆ ਜਿਹੜੀਆਂ ਤੁਸੀਂ ਕਹਿ ਰਹੇ ਆ ਕਿ ਜੀ ਇਹ 2 ਬੰਦੇ ਜਾਣੇ ਚਾਹੀਦੇ, ਮੈਨੂੰ ਲੱਗਦਾ ਇਹ ਤਾਂ ਸਿੱਧਾ ਕਿਸਾਨੀ ਤੇ ਜਿਹੜੀ ਸੱਟ ਵੱਜਣ ਦੀ ਆ, ਕਿਉਂਕਿ ਲੋਕਾਂ ਨੇ ਉੱਥੇ ਸਿੰਘੂ ਬਾਰਡਰ ਤੇ, ਕੁੰਡਲੀ ਬਾਰਡਰ ਤੇ, ਗਾਜੀਪੁਰ ਬਾਰਡਰਾਂ ਤੇ ਲੋਕ ਜਾ ਰਹੇ ਨੇ, ਆ ਰਹੇ ਨੇ। ਸੋ ਉਹਦਾ ਮਤਲਬ ਆ ਵੀ ਲੋਕ ਜਿਹੜੇ 2-2 ਕਰਕੇ ਜਾਣਗੇ। ਸੋ ਕਿਸਾਨ ਜਥੇਬੰਦੀਆਂ ਦਾ ਜਿਹੜਾ ਇਹ ਫੈਸਲਾ ਲਿਆ ਬਿਲਕੁਲ ਸਹੀ ਆ ਕਿ ਅਸੀਂ 2 ਨਹੀਂ, ਅਸੀਂ ਵੱਧ ਜਾਵਾਂਗੇ। 4 ਬੰਦੇ ਗੱਡੀਆਂ ਛੋਟੀ 'ਚ ਜਾਣਗੇ, ਜਿਹੜੀਆਂ ਵੱਡੀਆਂ ਗੱਡੀਆਂ ਉਹਦੇ ਵਿੱਚ ਵੀ 70-80% ਲੋਕ ਜਾਣਗੇ। ਤਾਂ ਜੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਲੱਗਦਾ ਜੋ ਕਿਸਾਨ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਉਹ ਜ਼ਮੀਨੀ ਲੈਵਲ 'ਤੇ ਉਹ ਕੰਮ ਹੁੰਦਾ ਆ, ਫਿਰ ਉਹਦੇ ਲਈ ਸਰਕਾਰ ਨੂੰ ਜਿਹੜਾ ਨੁਕਸਾਨ ਹੋਏਗਾ। ਇਸ ਕਰਕੇ ਸਰਕਾਰ ਨੂੰ ਚਾਹੀਦਾ
ਕਿ ਇਹ ਜਿਹੜਾ ਗੱਡੀਆਂ ਦੇ ਵਿੱਚ ਦੋ ਬੈਠਣ। ਮੈਨੂੰ ਇਹ ਦੱਸੋ, ਮੈਂ ਇੱਕ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਇੱਕ ਘਰ ਦੇ ਵਿੱਚ, ਇੱਕ ਮਹੱਲੇ ਦੇ ਵਿੱਚ ਜੇ ਦੋ ਭਰਾਵਾਂ ਦੀਆਂ ਫੈਮਲੀਆਂ ਰਹਿੰਦੀਆਂ 10-12 ਜਣੇ, ਉੱਥੇ ਡਿਸਟੈਂਸ ਕਿੱਥੇ ਰਹਿ ਗਈ? ਤਾਂ ਜੇ ਉਹੀ ਘਰ ਦੇ ਮੈਂਬਰ ਗੱਡੀ ਦੇ ਵਿੱਚ 4 ਜਣੇ ਜਾਂਦੇ ਆ ਤਾਂ ਫਿਰ ਕੈਪਟਨ ਸਾਹਿਬ ਇਹ ਲੌਜਿਕ ਤਾਂ ਸਮਝਾਓ। ਤੁਸੀਂ ਸਿਆਸੀ ਬੰਦੇ ਆ, ਤੁਸੀਂ ਡਾਕਟਰ ਥੋੜ੍ਹੀ ਆ। ਆਪਣੇ ਡਾਕਟਰਾਂ ਨੂੰ ਬਿਠਾਓ, ਐਕਸਪਰਟ ਦੱਸਣ ਵੀ ਇਹ ਜਿਹੜਾ ਆ ਕਿੱਦਾਂ ਮਤਲਬ ਗੱਡੀ ਦਾ ਹੈਗਾ ਵੀ 2 ਬੰਦੇ ਬੈਠਣ 3। ਐਵੇਂ ਲੋਕਾਂ ਦੇ ਕਾਰੋਬਾਰ ਤੇ ਸੱਟ ਨਹੀਂ ਮਾਰਨੀ ਚਾਹੀਦੀ। ਅੱਗੇ ਹੀ ਲੋਕ ਤਰਾਹ ਕਰ ਰਹੇ ਨੇ। ਜਿਹੜੇ ਆਪਰੇਟਰਸ ਨੇ ਜਾਂ ਟੈਕਸੀ ਡਰਾਈਵਰ ਨੇ ਜਾਂ ਟੈਕਸੀਆਂ ਵਾਲੇ ਨੇ, ਉਹਨਾਂ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ, ਆਤਮ ਹੱਤਿਆ ਕਰਨ ਨੂੰ ਮਜਬੂਰ ਹੋ ਰਹੇ ਨੇ। ਇਸ ਕਰਕੇ ਫੈਸਲੇ ਵਾਪਸ ਲੈਣੇ ਚਾਹੀਦੇ ਆ ਔਰ ਲੋਕਾਂ ਨੂੰ ਅਵੇਅਰ ਕਰੋ, ਲੋਕੀ ਆਪਣੀ ਜ਼ਿੰਦਗੀ ਨੋਰਮਲ ਜੀਣ। ਲਾਸਟ ਸਵਾਲ ਆ, ਬੇਸ਼ੱਕ ਬੰਗਾਲ ਮੋਦੀ ਸਾਹਿਬ ਵੱਲੋਂ ਹਾਰ ਵੀ ਦਿੱਤਾ ਗਿਆ, ਬੀਜੇਪੀ ਦਾ ਉੱਥੇ ਬੁਰਾ ਹਾਲ ਵੀ ਰਿਹਾ, ਪਰ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਮੋਦੀ ਵੱਲੋਂ ਕਿਸਾਨਾਂ ਦੇ ਲਈ ਇੱਕ ਸ਼ਬਦ ਨਹੀਂ ਕਿਹਾ ਗਿਆ। ਕਿੱਥੇ ਜਾ ਕੇ ਗੱਲ ਖਤਮ ਹੋਊਗੀ? ਕਿੱਦਾਂ ਸੰਘਰਸ਼ ਖਤਮ ਹੋ ਸਕਦਾ? ਦੇਖੋ, ਮੈਂ ਛੋਟੀ ਜਿਹੀ ਉਦਾਹਰਨ ਦੇਣਾ ਚਾਹੁੰਦਾ ਕਿ ਜਿਹੜਾ 1870 ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਸੀ ਕਿੰਗ ਮਾਰਟਨ ਲੂਥਰ ਨੂੰ ਜਦੋਂ ਬੱਸ ਦੇ ਵਿੱਚ ਸੀ, ਉਹਨੂੰ ਗੋਰੇ ਨੇ ਕਿਹਾ ਵੀ ਇਹ ਸੀਟ ਛੱਡ ਦੇ, ਵੀ ਤੂੰ ਇਹਦੇ ਬੱਸ 'ਚ ਨਹੀਂ ਬਹਿ ਸਕਦਾ ਕਿਉਂਕਿ ਗੋਰਿਆਂ ਵਾਸਤੇ। ਔਰ ਉਹਨੇ ਜਾ ਕੇ ਚਰਚ ਦੇ ਵਿੱਚ ਇਹ ਫੈਸਲਾ ਕੀਤਾ ਸੀਗਾ ਵੀ ਜਦ ਤੱਕ ਸਾਨੂੰ ਬਰਾਬਰ ਦੇ ਹੱਕ ਨਹੀਂ ਮਿਲਦੇ, ਅਸੀਂ ਜਿਹੜਾ ਆ ਬੱਸਾਂ 'ਚ ਸਫ਼ਰ ਨਹੀਂ ਕਰਨਾ। 381 ਦਿਨ ਅੰਦੋਲਨ ਚੱਲਿਆ ਸੀ, ਜਾਣੀ ਕਿ 1 ਸਾਲ ਤੇ 16 ਦਿਨ। ਤੇ ਉਹ ਅੰਦੋਲਨ ਇੰਨਾ ਕਾਮਯਾਬ ਰਿਹਾ ਸੀਗਾ ਕਿ ਅਮਰੀਕਾ ਦੀ ਸਰਕਾਰ ਨੂੰ ਝੁਕਣਾ ਪਿਆ ਸੀ ਔਰ ਉਹਨਾਂ ਨੂੰ ਬੱਸਾਂ ਵਿੱਚ ਬਰਾਬਰ ਦੇ ਅਧਿਕਾਰ ਦਿੱਤੇ ਗਏ ਬੈਠਣ ਦੇ। ਕਾਲੇ ਗੋਰੇ ਦਾ ਭਿੰਨ ਭੇਦ ਬੱਸਾਂ 'ਚ ਖਤਮ ਕੀਤਾ ਹੈ। ਸੋ ਮੈਨੂੰ ਲੱਗਦਾ ਕਿ ਦੇਸ਼ ਨੂੰ ਬਚਾਉਣ ਦੇ ਲਈ ਇਹ ਫਾਸੀਵਾਦੀ ਸਰਕਾਰ ਦੇ ਖਿਲਾਫ ਜਿਹੜਾ ਅੰਦੋਲਨ 4-5 ਮਹੀਨੇ ਤੋਂ ਚੱਲ ਰਿਹਾ, ਉਹਦੇ ਵਿੱਚ ਰਿਜ਼ਲਟ ਦੇਖ ਹੀ ਲਿਆ ਬੀਜੇਪੀ ਨੇ ਵੀ ਉਹ ਛੋਟੀਆਂ ਸਟੇਟਾਂ 'ਚ 1 ਅੱਧੀ 'ਚ ਜਿੱਤ ਗਏ ਆ, ਬਾਕੀ ਮੇਨ ਸਟੇਟਾਂ 4 'ਚ ਹਾਰ ਗਏ ਆ। ਤੇ ਕੇਰਲਾ 'ਚ ਤੇ ਉੱਥੇ ਦਾ ਖਾਤਾ ਹੀ ਨਹੀਂ ਖੁੱਲਿਆ, ਤਮਿਲਨਾਡੂ 'ਚ। ਤਾਂ ਜੇ ਹਾਲੇ ਵੀ ਅੜੇ ਰਹੇ ਤੇ ਪੰਜਾਬ ਸਮੇਤ ਯੂਪੀ ਔਰ ਨਾਰਥ ਇੰਡੀਆ ਇਹ ਵੀ ਬੀਜੇਪੀ ਦੇ ਹੱਥੋਂ ਨਿਕਲ ਜਾਏਗਾ। ਤੇ ਮੈਂ ਤਾਂ ਬੀਜੇਪੀ ਨੂੰ, ਪੰਜਾਬ ਬੀਜੇਪੀ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਪੰਜਾਬੀਆਂ ਨਾਲ ਖੜੇ ਹੋ ਕੇ ਤੇ ਆਪਣੀ ਕੇਂਦਰ ਦੀ ਹਾਈ ਕਮਾਂਡ ਨੂੰ ਸਮਝਾਓ ਕਿ ਭਾਜਪਾ ਬਚਣੀ ਨਹੀਂ ਹੈ ਦੇਸ਼ 'ਚੋਂ ਜੇ ਤੁਸੀਂ ਅੜੇ ਰਹੇ, ਕਿਉਂਕਿ 65 ਕਰੋੜ ਕਿਸਾਨ ਇਸ ਦੇਸ਼ 'ਚ ਰਹਿੰਦੇ ਨੇ। ਧੰਨਵਾਦ ਜੀ। ਤਾਂ ਇਹ ਸਨ ਰਾਸ਼ਟਰੀ ਪ੍ਰਧਾਨ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਲਾਰੈਂਸ ਚੌਧਰੀ, ਜਿਨ੍ਹਾਂ ਨੇ ਤਰਕਾਂ ਤੇ ਪੁਰਾਣੇ ਸੰਘਰਸ਼ਾਂ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣੂ ਕਰਾਇਆ। ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਬੀਜੇਪੀ ਅਤੇ ਸੈਂਟਰ ਦੀ ਬੀਜੇਪੀ ਨੂੰ ਜੇ ਹੁਣ ਵੀ ਨਾ ਸੰਭਲੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦਾ ਇੰਡੀਆ ਦੇ ਵਿੱਚੋਂ ਸਫਾਇਆ ਹੋ ਜਾਵੇਗਾ। ਦੇਖਦੇ ਰਹੋ ਗਲੋਬਲ ਪੰਜਾਬ ਟੀਵੀ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।